ਅੰਮ੍ਰਿਤਸਰ ਪੁਲਿਸ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਇੱਕ ਸਪਾ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ, ਜਿੱਥੇ ਦੋ ਕੁੜੀਆਂ ਜਿਹੜੀਆਂ ਨੇ ਪੁਲਿਸ ਦੀ ਹਿਰਾਸਤ ਵਿੱਚ ਨਜ਼ਰ ਆ ਰਹੀਆਂ ਨੇ। ਇਲੀਗਲ ਤਰੀਕੇ ਦੇ ਨਾਲ ਥਾਈਲੈਂਡ ਦੀਆਂ ਕੁੜੀਆਂ ਇੱਥੇ ਪਹੁੰਚੀਆਂ ਸਨ, ਜਿਹੜੇ ਕਿ ਸਪਾ ਸੈਂਟਰ ਦੇ ਵਿੱਚ ਕੰਮ ਕਰਦੀਆਂ ਸੀ। ਇਹਨਾਂ ਨੂੰ ਰਿਪੋਰਟ ਕੀਤਾ ਜਾਏਗਾ। ਤਾਂ ਇੱਕ ਜਿਹੜੇ ਸਪਾ ਸੈਂਟਰ ਦਾ ਮੈਨੇਜਰ ਹੈ, ਉਹਦੇ ਉੱਤੇ ਮਾਮਲਾ ਦਰਜ ਕੀਤਾ ਗਿਆ, ਜਿਹਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ। ਤਾਂ ਉਸ ਤੋਂ ਬਾਅਦ ਇਹ ਪੁੱਛਗਿੱਛ ਵੀ ਕੀਤੀ ਜਾਏਗੀ ਕਿ ਹੋਰ ਕਿੰਨੀਆਂ ਕੁੜੀਆਂ ਜਿਹੜੀਆਂ ਨੇ ਇੱਥੇ ਆਈਆਂ ਸੀ। ਪਰ ਇਹ ਜਿਹੜੀਆਂ ਕੁੜੀਆਂ ਤੁਸੀਂ ਦੇਖ ਰਹੇ ਜੀ, ਇਹਨਾਂ ਨੂੰ ਹੁਣ ਰਿਪੋਰਟ ਕੀਤਾ ਜਾਏਗਾ। ਜਿਹੜੀਆਂ ਕੁੜੀਆਂ ਇਹ ਵਾਪਸ ਭੇਜੀਆਂ ਜਾਣਗੀਆਂ। ਤਾਂ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸਪਾ ਸੈਂਟਰ ਨੇ ਕਦੀ ਵੱਖ-ਵੱਖ ਤਰੀਕੇ ਦੇ ਨਾਲ ਸਾਹਮਣੇ ਆਉਂਦੇ ਨੇ, ਜਾਂ ਫਿਰ ਹੁੱਕਾ ਬਾਰ ਸਾਹਮਣੇ ਆਉਂਦੇ ਨੇ, ਜਿੱਥੇ ਇਲੀਗਲ ਤਰੀਕੇ ਦੇ ਨਾਲ ਕੰਮ ਹੁੰਦੇ ਨੇ, ਜਿਹਨੂੰ ਪੁਲਿਸ ਠੱਲ ਪਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਲਗਾਤਾਰ ਕਰਦੀ ਪਈ ਹੈ। ਦੇਖਣਾ ਹੋਏਗਾ ਕਿ ਪੁਲਿਸ ਕਦੋਂ ਤੱਕ ਇਹ ਠੱਲ ਪਾਉਣ ਦੇ ਵਿੱਚ ਕਾਮਯਾਬ ਹੁੰਦੀ, ਕਿਉਂਕਿ ਇਹ ਬੜੀ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ, ਜਿੱਥੇ ਕੁੜੀਆਂ ਦੇ ਕੋਲੋਂ ਜ਼ਬਰਦਸਤੀ ਕੁਝ ਗਲਤ ਕੰਮ ਕਰਾਏ ਜਾਂਦੇ ਨੇ। ਤੇ ਇਹ ਕੁੜੀਆਂ ਜਿਹੜੀਆਂ ਥਾਈਲੈਂਡ ਤੋਂ ਆਈਆਂ ਸਨ, ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਜਦੋਂ ਪੁਲਿਸ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਪਹੁੰਚਿਆ ਜਾਂਦਾ ਹੈ ਉਸ ਸਪਾ ਸੈਂਟਰ ਦੇ ਵਿੱਚ। ਤਾਂ ਉੱਥੇ ਜਾ ਕੇ ਇਹ ਦੋ ਕੁੜੀਆਂ ਜਿਹੜੀਆਂ ਥਾਈਲੈਂਡ ਦੀਆਂ ਨੇ, ਇਹ ਉੱਥੇ ਆਪਣੀ ਕਸਟਡੀ ਵਿੱਚ ਲਿੱਤੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਹੁਣ ਰਿਪੋਰਟ ਕਰਨ ਦੀ ਤਿਆਰੀ ਵਿੱਚ। ਤਾਂ ਇੱਕ ਮੈਨੇਜਰ ਜਿਹੜਾ ਵਾ ਉਹਦੇ ਉੱਤੇ ਮਾਮਲਾ ਦਰਜ ਕਰ ਲਿੱਤਾ ਜਾਂਦਾ। ਤਾਂ ਦੇਖਦੇ ਹਾਂ ਕਿ ਹੁਣ ਪੁਲਿਸ ਇਸ ਸਾਰੇ ਮਾਮਲੇ ਦੇ ਉੱਤੇ ਕੀ ਗੱਲਬਾਤ ਸਾਂਝੀ ਕਰਦੀ ਹੈ। ਤਾਂ ACP ਵਰਿੰਦਰ ਸਿੰਘ ਖੋਸਾ ਸਾਡੇ ਨਾਲ ਮੌਜੂਦ ਨੇ। ਗੱਲਬਾਤ ਸਾਂਝੀ ਕਰਕੇ ਦੇਖਦੇ ਹਾਂ ਕਿ ਹੋਇਆ ਕੀ ਸੀ, ਕਿਸ ਤਰੀਕੇ ਦੇ ਨਾਲ ਰੇਡ ਕਰਨ ਵਾਸਤੇ ਗਏ ਸੀ, ਰੇਡ ਕਰਨ ਵਾਸਤੇ ਪਹੁੰਚੇ ਹਾਂ ਤਾਂ ਕੀ ਪਾਇਆ ਉੱਥੇ। ਇਹ ਅਸੀਂ ਜੀ ਕੱਲ੍ਹ ਰਾਤ ਨੂੰ ਕਰੀਬ 10:30 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ D ਬਲਾਕ ਦੇ ਵਿੱਚ ਇੱਕ ਦਾ ਗ੍ਰੈਂਡ ਸਪਾ ਦਾ ਨਾਂ ਦਾ ਇੱਕ ਸੈਲੂਨ ਚੱਲ ਰਿਹਾ ਵਾ, ਜਿਸ ਦੇ ਵਿੱਚ ਇੱਥੋਂ ਦਾ ਮਾਲਕ ਜਿਸ ਦਾ ਨਾਮ ਹੈ ਨਿਖਿਲ ਭੱਟੀ ਅਤੇ ਉੱਥੋਂ ਦਾ ਮੈਨੇਜਰ ਜਿਸ ਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਸੈਮ, ਇਹ ਦੋਨੋਂ ਜਾਣੇ ਬਾਹਰਲੇ ਦੇਸ਼ਾਂ ਤੋਂ ਲੜਕੀਆਂ ਨੂੰ ਬਿਜ਼ਨਸ ਵੀਜ਼ੇ 'ਤੇ ਲਿਆ ਕੇ ਉਹਨਾਂ ਤੋਂ ਕਾਫੀ ਗਲਤ ਧੰਦੇ ਕਰਵਾਉਂਦੇ ਨੇ, ਜਿਸ ਦੇ ਵਿੱਚ ਇਹਨਾਂ ਨੂੰ ਕੋਈ ਬੋਡੀ ਸਪਾ ਦਾ ਇਹਨਾਂ ਕੋਲ ਲਾਇਸੈਂਸ ਵੀ ਨਹੀਂ ਹੈ ਅਤੇ ਹੋਰ ਵੀ ਇਹਨਾਂ ਦਾ ਸਰੀਰਕ ਸ਼ੋਸ਼ਣ ਇਸ ਦੇ ਰਿਲੇਟਡ ਕਈ ਸਾਨੂੰ ਇਨਫੋਰਮੇਸ਼ਨ ਮਿਲੀ ਸੀ। ਉਸ ਤੋਂ ਬਾਅਦ ਜਦੋਂ ਰਣਜੀਤ ਐਵਨਿਊ ਦੀ ਟੀਮ ਨੇ ਉੱਥੇ ਰੇਡ ਕੀਤਾ ਤਾਂ ਸਾਨੂੰ ਉੱਥੋਂ ਦੇ ਜੋ ਗ੍ਰੈਂਡ ਸਪਾ ਦਾ ਮੈਨੇਜਰ ਸੀਗਾ ਲਖਵਿੰਦਰ ਸਿੰਘ ਉਰਫ ਸੈਮ, ਉਹ ਮਿਲਿਆ ਅਤੇ ਨਾਲ ਸਾਨੂੰ ਦੋ ਲੜਕੀਆਂ ਰਿਕਵਰ ਹੋਈਆਂ, ਜੋ ਦੋਨੋਂ ਲੜਕੀਆਂ ਬੈਂਕਾਕ ਥਾਈਲੈਂਡ ਦੇ ਰਹਿਣ ਵਾਲੀਆਂ, ਜੋ ਕਿ ਇੱਕ ਤਰ੍ਹਾਂ ਨਾਲ ਬਿਜ਼ਨਸ ਵੀਜ਼ੇ 'ਤੇ ਆਈਆਂ, ਜਿਸ ਵੀਜ਼ੇ ਦੇ ਵਿੱਚ ਨਾ ਤੁਸੀਂ ਇੱਥੇ ਕੋਈ ਕੰਮ ਕਰ ਸਕਦੇ ਹੋ, ਤੁਸੀਂ ਇੰਪਲੋਇਮੈਂਟ ਕੋਈ ਵੀ ਨਹੀਂ ਕਰ ਸਕਦੇ। ਬਟ ਉਹਨਾਂ ਨੇ ਉਹਨਾਂ ਦੇ ਪਾਸਪੋਰਟ ਜ਼ਬਤ ਕਰਕੇ, ਉਹਨਾਂ ਦੇ ਵੀਜ਼ਾ ਜ਼ਬਤ ਕਰਦੇ, ਉਹਨਾਂ ਤੋਂ ਇਲੀਗਲ ਕੰਮ ਕਰਵਾ ਰਹੇ ਸੀ, ਉਹਨਾਂ ਤੋਂ ਨਾਲੇ ਵਰਕ ਕਰਵਾ ਰਹੇ ਸੀ। ਤਾਂ ਕਰਕੇ ਇਹਨਾਂ ਦੋਨਾਂ ਦੇ ਖਿਲਾਫ ਜੋ ਇੱਥੋਂ ਦਾ ਮਾਲਕ ਆ ਅਤੇ ਜੋ ਇੱਥੋਂ ਦਾ ਮੈਨੇਜਰ ਆ ਨਿਖਿਲ ਭੱਟੀ ਅਤੇ ਲਖਵਿੰਦਰ ਸਿੰਘ ਗੁਰਸੈਮ, ਦੋਨਾਂ ਦੇ ਖਿਲਾਫ IPC ਦੀ ਧਾਰਾ 188 ਅਤੇ ਫੋਰਨਰਜ਼ ਐਕਟ ਸੈਕਸ਼ਨ 14 ਦੇ ਤਹਿਤ ਮੁਕੱਦਮਾ ਰਜਿਸਟਰ ਕੀਤਾ ਜੀ। ਅੱਛਾ ਸਰ, ਜਿਹੜੀਆਂ ਲੜਕੀਆਂ ਤੁਸੀਂ ਉੱਥੇ ਪਾਈਆਂ, ਜਿਹੜੀਆਂ ਇੱਥੇ ਥਾਈਲੈਂਡ ਦੀਆਂ ਜਿਹੜੀਆਂ ਲੜਕੀਆਂ ਸਨ, ਕੀ ਇਹਨਾਂ ਨੂੰ ਇਹ ਜਿਹੜਾ ਕੰਮ ਕਰਦੇ ਸਨ, ਜਿਹੜਾ ਵਿਦਿਆ ਵਪਾਰ ਦਾ ਜਾਂ ਫਿਰ ਸਪਾ ਸੈਂਟਰ ਜੋ ਵੀ ਕੰਮ ਕਰਦੇ ਸੀ, ਇਹਨਾਂ ਦੀ ਮਨਜ਼ੂਰੀ ਹੈਗੀ ਸੀ ਵਿੱਚ, ਜਾਂ ਫਿਰ ਜ਼ਬਰਦਸਤੀ ਹੀ ਸ਼ੁਰੂਆਤ ਉੱਤੇ ਹੀ ਜ਼ਬਰਦਸਤੀ ਰੱਖਿਆ? ਕਿਉਂਕਿ ਪਹਿਲਾਂ ਕੋਈ ਆਂਦਾ ਵਾ ਤਾਂ ਪਹਿਲਾਂ ਤਾਂ ਰਲੀ ਮਿਲੀ ਜੋ ਇਹਨਾਂ ਕੋਲ ਲਾਇਸੈਂਸ ਆ, ਜੋ MSME ਦਾ ਲਾਇਸੈਂਸ ਸੀ, ਇਹਨਾਂ ਕੋਲ ਸਿੰਪਲ ਸਪਾ ਦਾ, ਜਿਹਦੇ ਵਿੱਚ ਬੋਡੀ ਸਪਾ ਵੀ ਸ਼ਾਮਿਲ ਨਹੀਂ ਹੁੰਦੀ। ਪਰ ਇੱਥੇ ਇਹਨਾਂ ਨੇ ਜੋ ਫੋਟੋਜ਼ ਵਗੈਰਾ ਲਾਈਆਂ ਹੋਈਆਂ, ਜੋ ਇਹ ਸਰਵਿਸਿਜ਼ ਦਿੰਦੇ ਸੀ, ਉਹਦੇ ਵਿੱਚ ਬੋਡੀ ਸਪਾ ਵੀ ਅਤੇ ਉਸ ਤੋਂ ਬਿਨਾਂ ਹੋਰ ਵੀ ਕਈ ਤਰ੍ਹਾਂ ਦਾ ਧੰਦਾ ਇਹ ਕਰਦੇ ਸੀ। ਅਤੇ ਜੋ ਇਹ ਲੜਕੀਆਂ, ਜੋ ਤੁਹਾਨੂੰ ਪਹਿਲਾਂ ਹੀ ਦੱਸਿਆ ਵਾ ਕਿ ਇਹ ਬਿਜ਼ਨਸ ਵੀਜ਼ੇ 'ਤੇ ਆਈਆਂ ਨੇ ਥਾਈਲੈਂਡ ਤੋਂ, ਜਿਸ ਦੇ ਤਹਿਤ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੰਪਲੋਇਮੈਂਟ ਜਾਂ ਕੰਮ ਨਹੀਂ ਕਰ ਸਕਦੀਆਂ। ਪਰ ਇੱਥੋਂ ਦੇ ਮੈਨੇਜਰ ਅਤੇ ਮਾਲਕ ਨੇ ਇਹਨਾਂ ਤੋਂ ਪਾਸਪੋਰਟ ਜ਼ਬਤ ਕਰਕੇ ਇਹਨਾਂ ਤੋਂ ਇਹ ਇਲੀਗਲ ਕੰਮ ਕਰਵਾਇਆ ਜਾ ਰਿਹਾ ਸੀਗਾ ਅਤੇ ਇੱਥੋਂ ਕਈ ਧੰਦੇ ਕੀਤੇ ਜਾ ਰਹੇ ਸੀ। ਅੱਛਾ, ਕਿੰਨੀ ਦੇਰ ਹੋ ਚੁੱਕੀ ਇਹਨਾਂ ਲੜਕੀਆਂ ਨੂੰ ਇੱਥੇ ਆਇਆ? ਲੜਕੀਆਂ ਦੀ ਜੋ ਤਫਤੀਸ਼ ਹੁਣ ਤੱਕ ਸਾਹਮਣੇ ਆਈ ਹੈ, ਇਹ ਲੜਕੀਆਂ ਨੇ ਆਪਣੇ ਆਪ ਮੰਨਿਆ ਕਿ ਇਹ 1 ਮਹੀਨੇ ਤੋਂ ਉੱਪਰ ਹੋ ਚੁੱਕਾ ਇਹਨਾਂ ਨੂੰ ਇੱਥੇ ਕੰਮ ਕਰਦਿਆਂ। ਅੱਛਾ, ਪਹਿਲਾਂ ਵੀ ਆਉਂਦੀਆਂ ਸੀ ਜਾਂ ਪਹਿਲੀ ਵਾਰੀ ਇੱਥੇ ਆਈਆਂ 1 ਮਹੀਨਾ ਹੋ ਚੁੱਕਿਆ? ਇਹਨਾਂ ਵਿੱਚ ਜੋ ਇੱਕ ਲੜਕੀ ਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ, ਅਤੇ ਬਾਕੀ ਅਸੀਂ ਜੋ ਦੋਨੇ ਲੜਕੀਆਂ ਥਾਈਲੈਂਡ ਤੋਂ ਆਈਆਂ ਨੇ ਉਹਨਾਂ ਬਾਰੇ ਅਸੀਂ FRRO ਅੰਮ੍ਰਿਤਸਰ ਨੂੰ ਲਿਖ ਕੇ ਭੇਜ ਦਿੱਤਾ ਵਾ, ਜੋ ਕਿ ਇਹਨਾਂ ਦੇ ਖਿਲਾਫ ਹੁਣ ਲਿਖਤੀ ਕਾਰਵਾਈ ਸ਼ੁਰੂ ਹੋਊਗੀ, ਜਿਸ ਦੇ ਵਿੱਚ ਇਹ ਇੰਡੀਆ ਤੋਂ ਡਿਪੋਰਟ ਵੀ ਹੋਣਗੀਆਂ ਅਤੇ ਇਹਨਾਂ 'ਤੇ ਕੁਝ ਸਾਲਾਂ ਲਈ ਜਾਂ ਲਾਈਫ ਟਾਈਮ ਲਈ ਇੰਡੀਆ ਦੇ ਵਿੱਚੋਂ ਬਲੈਕ ਲਿਸਟ ਵੀ ਕੀਤਾ ਜਾ ਸਕਦਾ ਅਤੇ ਇਹਨਾਂ ਦੇ ਬੈਨ ਵੀ ਲੱਗ ਸਕਦਾ। ਉਹਨਾਂ ਤੋਂ ਅਸੀਂ ਹੋਰ ਡਿਟੇਲ ਲਵਾਂਗੇ ਕਿ ਇਹਨਾਂ ਨੇ ਇਸ ਤੋਂ ਪਹਿਲਾਂ ਕਿੰਨੀ ਵਾਰ ਵੀਜ਼ਾ ਲੈ ਕੇ ਇੰਡੀਆ ਆਈਆਂ ਨੇ, ਤਾਂ ਸਾਨੂੰ ਪੂਰਾ ਸਪਸ਼ਟ ਤੌਰ 'ਤੇ ਅਸੀਂ ਤੁਹਾਨੂੰ ਫਿਰ ਦੱਸ ਸਕਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਇਹ ਇੱਥੇ ਸਪਾ ਜਾਂ ਕਿਤੇ ਹੋਰ ਜਗ੍ਹਾ 'ਤੇ ਇੰਡੀਆ ਦੇ ਵਿੱਚ ਕੰਮ ਕਰਦੀਆਂ ਰਹੀਆਂ ਨੇ, ਜਾਂ ਇਹ ਪਹਿਲੀ ਵਾਰ ਇੰਡੀਆ ਦੇ ਵਿੱਚ ਆਈਆਂ। ਅੱਛਾ, ਜਿਹੜੀਆਂ ਲੜਕੀਆਂ ਦੋ ਇੱਥੇ ਆਈਆਂ ਨੇ, ਇਸ ਤੋਂ ਇਲਾਵਾ ਕੋਈ ਲੜਕੀ ਕੋਈ ਇਹਦੇ ਬਾਰੇ ਜਾਣਕਾਰੀ ਸਾਂਝੀ ਹੋਈ ਹੋਵੇ? ਇਸ ਤੋਂ ਇਲਾਵਾ ਜੋ ਇਹ ਲੜਕੀਆਂ ਨਾਲ ਉਹਦੀ ਇਨਵੈਸਟੀਗੇਸ਼ਨ ਦੱਸਿਆ ਕਿ
ਜੋ ਇਹਨਾਂ ਨੇ ਪਾਸਪੋਰਟ ਜ਼ਬਤ ਕੀਤੇ ਹੋਏ ਸੀ, ਤਾਂ ਅਸੀਂ ਜੋ ਇਹਦੇ ਵਿੱਚ ਮੇਨ ਅਕਿਊਜ਼ਡ ਆ ਲਖਵਿੰਦਰ ਸਿੰਘ ਉਰਫ ਸੈਮ, ਉਸ ਦਾ ਅਸੀਂ ਅੱਜ ਰਿਮਾਂਡ ਵੀ ਮੰਗਿਆ ਮਾਨਯੋਗ ਕੋਰਟ ਤੋਂ, ਤੇ ਜੋ ਓਨਰ ਆ ਉਸ ਨੂੰ ਅਰੈਸਟ ਕਰਾਂਗੇ। ਫਿਰ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਅਸੀਂ ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਦੱਸ ਸਕਦੇ ਹਾਂ ਕਿ ਇਸ ਤਰ੍ਹਾਂ ਦੀਆਂ ਹੋਰ ਕਿੰਨੀਆਂ ਲੜਕੀਆਂ ਇੰਡੀਆ ਦੇ ਵਿੱਚ ਆਈਆਂ ਨੇ ਜਿਨ੍ਹਾਂ ਤੋਂ ਉਹਨਾਂ ਦੀ ਹਰਾਸਮੈਂਟ ਕੀਤੀ ਜਾਂਦੀ ਹੈ, ਧੱਕੇ ਨਾਲ ਉਹਨਾਂ ਨੂੰ ਬਿਜ਼ਨਸ ਵੀਜ਼ੇ ਤੇ ਉਹਨਾਂ ਤੋਂ ਇਸ ਤਰ੍ਹਾਂ ਦੇ ਕੰਮ ਕਰਵਾਏ ਜਾਂਦੇ ਨੇ ਜੀ। ਅੱਛਾ ਸਰ, ਹੋਰ ਵੀ ਕੁਝ ਸਪਾ ਸੈਂਟਰ ਜਿਹੜੇ ਆਸ-ਪਾਸ ਚੱਲਦੇ ਆ ਜਾਂ ਫਿਰ ਹੁੱਕਾ ਬਾਰ ਚੱਲਦੇ ਨੇ ਜਿੱਥੇ ਨਿੱਕੀਆਂ ਬੱਚੀਆਂ ਉੱਥੇ ਉਹਨਾਂ ਨੂੰ ਨਸ਼ੇ ਦਾ ਸੇਵਨ ਕਰਵਾਇਆ ਜਾਂਦਾ, ਤਾਂ ਇਹਦੇ ਉੱਤੇ ਅਗਲੀ ਕਾਰਵਾਈ ਕੀ ਤਿਆਰੀ ਹੈ? ਮੈਂ ਅੰਮ੍ਰਿਤਸਰ ਸ਼ਹਿਰ ਦੇ ਨਾਰਥ ਸਬ ਡਿਵੀਜ਼ਨ ਦੇ ਸਾਰੇ ਸਪਾ ਸੈਂਟਰਸ ਜਾਂ ਹੁੱਕਾ ਬਾਰਸ ਜਿੰਨੇ ਵੀ ਹੈਗੇ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਇੱਕ ਵਾਰਨਿੰਗ ਵੀ ਦੇਣਾ ਚਾਹੁੰਦਾ ਵਾਂ ਕਿ ਅਗਰ ਤੁਹਾਡੇ ਏਰੀਏ ਦੇ ਵਿੱਚ ਜਾਂ ਤੁਹਾਡੇ ਬਾਰ ਰੈਸਟੋਰੈਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਲੀਗਲ ਕੰਮ ਹੋਊਗਾ, ਚਾਹੇ ਉਹ ਤੁਸੀਂ ਬਿਨਾਂ ਲਾਇਸੈਂਸ ਤੋਂ ਕੋਈ ਸਪਾ ਸੈਂਟਰ ਚਲਾ ਰਹੇ ਹੋ ਜਾਂ ਕਿਸੇ ਛੋਟੀ ਉਮਰ ਦੇ ਬੱਚਿਆਂ ਤੋਂ ਕੋਈ ਦਾਰੂ ਦਾ ਸੇਵਨ ਕਰਾ ਰਹੇ ਹੋ ਜਾਂ ਫਿਰ ਕਿਸੇ ਤਰ੍ਹਾਂ ਦਾ ਤੁਸੀਂ ਹੁੱਕਾ ਬਾਰ ਸਰਵ ਕਰ ਰਹੇ ਹੋ, ਤਾਂ ਤੁਹਾਡੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਇਸ ਲਈ ਇਸ ਚੀਜ਼ ਨੂੰ ਧਿਆਨ ਵਿੱਚ ਰੱਖੋ ਕਿ ਜੋ ਲਾਅ ਦੇ ਮੁਤਾਬਕ ਜੋ ਤੁਹਾਨੂੰ ਪ੍ਰੋਵੀਜ਼ਨ ਜਾਂ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ ਹੋ ਉਸ ਦੇ ਮੁਤਾਬਕ ਹੀ ਤੁਸੀਂ ਆਪਣਾ ਕੰਮ ਕਰੋ। ਅਗਰ ਕੋਈ ਲਾਅ ਤੋਂ ਬਾਹਰ ਜਾ ਕੇ ਕਿਸੇ ਤਰ੍ਹਾਂ ਦਾ ਕੋਈ ਕੰਮ ਕਰੋਗੇ ਜੋ ਸਾਡੀ ਸੁਸਾਇਟੀ ਲਈ ਜਾਂ ਸਾਡੇ ਆਸ-ਪਾਸ ਜੋ ਜਵਾਨ ਲੜਕੇ ਲੜਕੀਆਂ ਨੇ ਉਹਨਾਂ ਦੇ ਫਿਊਚਰ ਲਈ ਨੁਕਸਾਨਦਾਇਕ ਹੋਊਗਾ, ਅਸੀਂ ਉਹਨਾਂ ਦੇ ਖਿਲਾਫ ਸਖਤ ਕਦਮ ਚੱਕਾਂਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਊਗੀ। ਅੱਛਾ ਸਰ, ਜਾਣਕਾਰੀ ਕੁਝ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਹੁੱਕਾ ਬਾਰ ਜਿਹੜਾ ਚੱਲਦਾ ਕਿ ਉੱਥੇ ਬੱਚੀਆਂ ਜਾਂਦੀਆਂ ਨੇ, ਇਸ ਕਰਕੇ ਉਹ ਅਸੀਂ ਕਹਿ ਸਕਦੇ ਕਿ ਉਹ ਇਲੀਗਲ ਹੈ, ਬੱਚੀਆਂ ਨਹੀਂ ਜਾ ਸਕਦੀਆਂ, ਜਾਂ ਫਿਰ ਹੁੱਕਾ ਬਾਰ ਹੋਣਾ ਹੀ ਨਹੀਂ ਚਾਹੀਦਾ? ਜੇ ਨਹੀਂ ਹੋਣਾ ਚਾਹੀਦਾ ਤੇ ਹੁੱਕੇ ਕਿਉਂ ਸੜਕਾਂ ਉੱਤੇ ਵਿਕਦੇ ਨੇ? ਜੋ ਦਾ ਸਿਗਰਟਸ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ ਹੈ ਜਿਸ ਦੇ ਤਹਿਤ ਹੁੱਕਾ ਓਵਰਆਲ ਹੀ ਬੈਂਡ ਹੈ ਇੰਡੀਆ ਦੇ ਵਿੱਚ, ਐਂਡ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਹੁੱਕਾ ਚਲਾਉਣੇ ਹੋ ਤੰਬਾਕੂ ਬੇਸ ਜਾਂ ਸਿਗਰਟ ਬੇਸ ਕਿਸੇ ਵੀ ਤਰ੍ਹਾਂ ਦਾ, ਭਾਵੇਂ ਕੋਈ 18 ਸਾਲ ਤੋਂ ਘੱਟ ਉਮਰ ਦਾ ਭਾਵੇਂ 18 ਸਾਲ ਤੋਂ ਜ਼ਿਆਦਾ ਉਮਰ ਦਾ, ਇਹ ਮਾਇਨੇ ਨਹੀਂ ਰੱਖਦਾ। ਤੋ ਇਸ ਦਾ ਲਾਇਸੈਂਸ ਹੀ ਨਹੀਂ ਬਣਦਾ ਪੰਜਾਬ ਦੇ ਵਿੱਚ, ਇਸ ਕਰਕੇ ਤੁਸੀਂ ਇਸ ਚੀਜ਼ ਦਾ ਲਾਇਸੈਂਸ ਹੀ ਨਹੀਂ ਲੈ ਸਕਦੇ ਤੇ ਤੁਸੀਂ ਬਿਲਕੁਲ ਵੀ ਪੰਜਾਬ ਦੇ ਵਿੱਚ ਇਲੀਗਲ ਆ ਭਾਵੇਂ। ਪਰ ਦੁਕਾਨਾਂ ਤੇ ਸ਼ਰੇਆਮ ਵਿਕਦੇ ਪਏ ਨੇ ਹੁੱਕੇ, ਫਿਰ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ? ਉਹ ਵੀ ਚੀਜ਼ ਇਲੀਗਲ ਆ ਜੀ। ਅਗਰ ਕਿਉਂਕਿ ਜੋ ਸਿਗਰਟਸ ਐਂਡ ਤੰਬਾਕੂ ਪ੍ਰੋਡਕਟਸ ਐਕਟ ਆ ਉਸ ਦੇ ਤਹਿਤ ਤੁਸੀਂ ਨਾ ਇਸ ਚੀਜ਼ ਦਾ ਸੇਵਨ ਕਰ ਸਕਦੇ ਹੋ ਨਾ ਇਸ ਚੀਜ਼ ਨੂੰ ਲੈ ਸਕਦੇ ਹੋ, ਤੇ ਇਹ ਚੀਜ਼ ਇਲੀਗਲ ਆ। ਅਗਰ ਸਾਡੇ ਧਿਆਨ 'ਚ ਹੋਰ ਵੀ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਆਊਗੀ ਤਾਂ ਉਸ ਦੇ ਖਿਲਾਫ ਅਸੀਂ ਹੁੱਕੇ ਜਿਹੜੇ ਵੇਚਦੇ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਏਗੀ? ਬਿਲਕੁਲ ਜੀ, ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਊਗੀ ਜੀ। ਸੋ ਬਿਲਕੁਲ ਧੰਨਵਾਦ, ਗੱਲਬਾਤ ਸਾਂਝੀ ਕੀਤੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ 2 ਲੜਕੀਆਂ ਜਿਹੜੀਆਂ ਨੇ ਉਹਨਾਂ ਨੂੰ ਹੁਣ ਡਿਪੋਰਟ ਹੋਣਾ ਪਏਗਾ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਉਹ ਇੰਡੀਆ ਦੇ ਵਿੱਚ ਦਾਖਲ ਵੀ ਨਾ ਹੋ ਸਕਣ। ਤਾਂ 2 ਜਿਹੜੇ ਨੇ ਸਪਾ ਸੈਂਟਰ ਦਾ ਇੱਕ ਮਾਲਕ ਤੇ ਇੱਕ ਮੈਨੇਜਰ ਉੱਤੇ ਮਾਮਲਾ ਦਰਜ ਕੀਤਾ। ਸਪਾ ਸੈਂਟਰ ਦਾ ਜਿਹੜਾ ਮਾਲਕ ਹੈ ਉਹ ਜੇ ਪੁਲਿਸ ਦੀ ਹਿਰਾਸਤ ਤੋਂ ਦੂਰ ਆ, ਰਿਮਾਂਡ ਵਾਸਤੇ ਮੈਨੇਜਰ ਜਿਹੜਾ ਵਾ ਉਹਨੂੰ ਕੋਰਟ ਦੇ ਵਿੱਚ ਭੇਜ ਦਿੱਤਾ ਗਿਆ। ਜਿੱਦਾਂ ਹੀ ਰਿਮਾਂਡ ਹਾਸਲ ਹੋਏਗਾ ਫਿਰ ਹੋਰ ਜਾਣਕਾਰੀ ਇਕੱਠੀ ਕੀਤੀ ਜਾਏਗੀ ਕਿ ਆਖਿਰਕਾਰ ਇਹ ਜਿਹੜੀਆਂ ਲੜਕੀਆਂ ਲਿਆਂਦੀਆਂ ਨੇ ਇਹ ਇੱਥੇ ਤੱਕ ਕਿਸ ਤਰ੍ਹਾਂ ਪਹੁੰਚੀਆਂ, ਤਾਂ ਇਸ ਤੋਂ ਪਹਿਲਾਂ ਕਿੰਨੀਆਂ ਲੜਕੀਆਂ ਇੱਥੇ ਲਿਆਂਦੀਆਂ ਸੀ ਜਿਨ੍ਹਾਂ ਦੇ ਪਾਸਪੋਰਟ ਜਿਹੜੇ ਨੇ ਜ਼ਬਤ ਕੀਤੇ ਸੀ ਤਾਂ ਜ਼ਬਰਦਸਤੀ ਉਹਨਾਂ ਕੋਲੋਂ ਕੰਮ ਕਰਵਾਉਂਦੇ ਸੀ। ਗਲਤ। ਕੈਮਰਾਮੈਨ ਸੰਦੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।